ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਧਾਰਮਿਕ ਸੈਗਮੈਂਟ ਵਿੱਚ। ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਸਰਦਾਰ ਸ਼ਿਵਤੇਜ ਸਿੰਘ ਜੀ ਨਾਲ, ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਹਨ। ਦੁਨੀਆ ਭਰ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਤੇ ਸਿੱਖੀ ਸਿਧਾਂਤ ਨਾਲ ਲੋਕਾਂ ਨੂੰ ਜੋੜ ਰਹੇ ਨੇ। ਅੱਜ ਦਾ ਵਿਸ਼ਾ ਜਿਸ ਦੇ ਬਾਰੇ ਅਸੀਂ ਗੱਲਬਾਤ ਕਰਨੀ ਹੈ ਜੀ, ਇਸ ਦੀ ਬੜੀ ਮਹੱਤਤਾ ਹੈ ਕਿਉਂਕਿ ਹਮੇਸ਼ਾ ਹੀ ਸੀ ਜਦੋਂ ਗੁਰਬਾਣੀ ਦੀ ਗੱਲ ਆਉਂਦੀ ਤਾਂ ਉਸ ਨੂੰ ਪਾਸਟ ਨਾਲ ਜੋੜਦੇ ਹਾਂ। ਅੱਜ ਟੈਕਨੋਲੋਜੀ ਅਸੀਂ ਬਹੁਤ ਐਡਵਾਂਸਮੈਂਟ ਕਰ ਲਈ, ਜਿਹੜੀ ਸੋਚ ਸੀ ਉਸ ਵਿੱਚ ਪਰਿਵਰਤਨ ਲਿਆਂਦਾ, ਪਰ ਜਦ ਗੁਰਬਾਣੀ ਦੀ ਗੱਲ ਆਉਂਦੀ ਹੈ ਤਾਂ ਕਿਉਂ ਸਿਰਫ ਅਸੀਂ ਪਿੱਛੇ ਨਾਲ ਹੀ ਜੁੜ ਕੇ ਜੋ ਹੈ ਉਸ ਦਾ ਜੋੜ ਦਿੰਦੇ ਹਾਂ, ਪਰ ਅੱਗੇ ਬਾਰੇ ਅਸੀਂ ਨਹੀਂ ਸੋਚਦੇ। ਗੁਰਬਾਣੀ ਇਸ ਸੰਬੰਧ ਵਿੱਚ ਕੀ ਕਹਿੰਦੀ ਹੈ, ਆਓ ਇਸ ਸੰਬੰਧ ਵਿੱਚ ਜਾਣਕਾਰੀ ਲੈਂਦੇ ਹਾਂ ਭਾਈ ਸਾਹਿਬ ਭਾਈ ਸ਼ਿਵਤੇਜ ਸਿੰਘ ਤੋਂ। ਜੀ ਆਨ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਗੁਰਬਾਣੀ ਇਸ ਜਗ ਮੇ ਚਾਨਣ ਜਦੋਂ ਅਸੀਂ ਗੱਲ ਕਰਦੇ ਹਾਂ ਜੀ, ਗੁਰਬਾਣੀ ਕੱਲ੍ਹ ਵੀ ਅੱਜ ਵੀ ਤੇ ਹਮੇਸ਼ਾ ਹੀ ਇਹ ਸੱਚ ਦਾ ਇੱਕ ਜੀਵਨ ਜਾਚ ਜੋ ਸਾਨੂੰ ਦੱਸਦੀ ਹੈਗੀ ਹੈ। ਪਰ ਜਦੋਂ ਅਸੀਂ ਰੋਜ਼ਮਰਾ ਜ਼ਿੰਦਗੀ ਦੀ ਗੱਲ ਕਰਨੇ ਆ, ਜਦੋਂ ਐਗਜ਼ਾਮਪਲਸ ਦੀ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਗੁਰਬਾਣੀ ਨੂੰ ਪਾਸਟ ਟੈਂਸ ਵਿੱਚ ਤਾਂ ਲੈ ਲੈਂਦੇ ਹਾਂ, ਪਰ ਜੋ ਵਰਤਮਾਨ ਹੈ ਜਾਂ ਫਿਊਚਰ ਹੈ ਉਸ ਨਾਲੋਂ ਅਸੀਂ ਥੋੜ੍ਹਾ ਜਿਹਾ ਪਿੱਛੇ ਹਟ ਜਾਂਦੇ ਹਾਂ। ਇਸ ਸੰਬੰਧ ਵਿੱਚ ਦੱਸੋ ਕਿ ਗੁਰਬਾਣੀ ਸਾਨੂੰ ਕੀ ਉਪਦੇਸ਼ ਕਰਦੀ ਹੈ। ਅਸਲ ਦੇ ਵਿੱਚ ਮੈਂ ਮਹਿਸੂਸ ਕੀਤਾ ਹੈ, ਸਾਨੂੰ ਸ਼ੁਰੂ ਤੋਂ ਹੀ ਸਿੱਖਿਆ ਇਸ ਤਰੀਕੇ ਦੀ ਦਿੱਤੀ ਗਈ ਹੈ ਵੀ ਅਸੀਂ ਧਰਮ ਦੇ ਮਾਰਗ ਦੇ ਵਿੱਚ ਅਗਾਂਹ ਵਧੂ ਕਦਮ ਨਹੀਂ ਪੱਟਣਾ ਜੀ। ਜਦੋਂ ਕਿ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਹੀ ਇਹ ਸੀ ਕਿ ਅਗਾਂਹ ਵਧੂ ਸੋਚ ਹੋਵੇ। ਉਦਾਹਰਨ ਦੇ ਤੌਰ 'ਤੇ ਆਪਾਂ ਸਦੀਆਂ ਤੋਂ ਪਿੱਛੋਂ ਦੀ ਚੱਲੀ ਆ ਰਹੀ ਸੀ ਇੱਕ ਰੀਤੀ, ਸੂਰਜ ਨੂੰ ਪਾਣੀ ਦੇਣਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉਹ ਜਿਹੜੀ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਸੀ ਨਾ, ਉਹਦੇ ਉੱਤੇ ਬਹੁਤ ਵੱਡੀ ਚੋਟ ਲਾਈ ਜੀ। ਗੱਲ ਥੋੜ੍ਹੀ ਜਿਹੀ, ਮੈਂ ਹੁਣ ਪਰੰਪਰਾ ਦਾ ਸ਼ਬਦ ਆਇਆ, ਇਹ ਪਿਛਾਂਹ ਵਧੂ ਕਦਮ ਜਿਹੜਾ ਨਾ ਪਰੰਪਰਾ ਨਾਲ ਬਹੁਤ ਜੁੜਿਆ ਹੋਇਆ। ਹਾਂਜੀ, ਸਾਡੀ ਜਾਂ ਪਰੰਪਰਾ ਹੈ। ਮੈਂ ਮਹਿਸੂਸ ਕੀਤਾ ਪਰੰਪਰਾ ਇੱਕ ਨੀਂਦ ਦੀ ਗੋਲੀ ਹੈ। ਜਿੱਥੇ ਅਸੀਂ ਚਾਹੁੰਦੇ ਹਾਂ ਕਿ ਇੱਥੋਂ ਅਸੀਂ ਹੁਣ ਗਾਂਹ ਨਹੀਂ ਹਿੱਲਣ ਦੇਣਾ, ਇਹਨੂੰ ਇੱਥੇ ਹੀ ਰੋਕ ਕੇ ਰੱਖਣਾ, ਸਵਾ ਦੇਣਾ ਹੈ, ਰਾਈਟ, ਉੱਥੇ ਕਹਿ ਦਿੱਤਾ ਜਾਂਦਾ ਜੀ ਆਹ ਪਰੰਪਰਾ ਸਾਡੀ ਚੱਲੀ ਆ ਰਹੀ ਹੈ। ਜਦੋਂ ਕਿ ਪਰੰਪਰਾ ਨਾਂ ਦੀ ਗੁਰਮਤ ਵਿੱਚ ਕੋਈ ਥਾਂ ਨਹੀਂ ਹੈ, ਚੀਜ਼ ਨਹੀਂ ਹੈ, ਪਰੰਪਰਾ ਨਹੀਂ ਹੈ ਕੋਈ ਵੀ। ਆਪਾਂ ਇਤਿਹਾਸ ਵਿੱਚੋਂ, ਹਿਸਟਰੀ 'ਚੋਂ ਬਹੁਤ ਕੁਛ ਆਪਾਂ ਪ੍ਰਮਾਣ ਲੈਂਦੇ ਹਾਂ। ਗੁਰੂ ਨਾਨਕ ਸਾਹਿਬ ਜੀ ਜੇ ਮੱਕੇ ਨੂੰ ਗਏ ਨੇ, ਉਹਨਾਂ ਨੇ ਲਿਬਾਸ ਉਸੇ ਰੂਪ ਦਾ ਰੱਖਿਆ ਜਿਸ ਰੂਪ ਦਾ ਉੱਥੇ ਲਿਬਾਸ ਚੱਲਦਾ ਸੀ, ਨੀਲ ਬਸਤਰ ਧਾਰਨ ਕੀਤੇ। ਉਹ ਜਿਸ ਜਿਸ ਹਲਕੇ ਵਿੱਚ, ਜਿਸ ਜਿਸ ਇਲਾਕੇ ਵਿੱਚ ਗਏ, ਉੱਥੋਂ ਦੀ ਭਾਸ਼ਾ ਨੂੰ ਮੁੱਖ ਰੱਖਿਆ, ਨਾ ਤੇ ਕਿ ਕੋਈ ਪਰੰਪਰਾ ਮੁੱਖ ਰੱਖੀ ਜੀ ਸਾਡੀ ਪਰੰਪਰਾ ਜੀ ਅਸੀਂ ਤੇ ਇਸ ਭਾਸ਼ਾ 'ਚ ਹੀ ਗੱਲ ਕਰਨੀ ਹੈ। ਹਾਂਜੀ, ਇਹ ਚੀਜ਼ਾਂ ਜਿਹੜੀਆਂ ਨੇ ਨਾ, ਨੀਂਦ ਦੀ ਗੋਲੀ ਹੈ। ਇਹ ਸਾਡੀ ਬੁੱਧੀ ਦੇ ਵਿਕਾਸ ਵਿੱਚ ਰੁਕਾਵਟ ਹੈ, ਇਹ ਸਾਡੀ ਜਾਗਰਤੀ ਦੇ ਰਸਤੇ ਵਿੱਚ ਇੱਕ ਰੋੜਾ ਹੈ ਜੀ। ਤੇ ਮੈਂ ਮਹਿਸੂਸ ਕੀਤਾ ਵੀ ਜਿਹੜੇ ਲੋਕ, ਕਿਉਂਕਿ ਲੋਕਾਂ ਦੇ ਵਿੱਚ ਥੋੜ੍ਹੀ ਜਿਹੀ ਇਹ ਚੀਜ਼ ਹੈ, ਜਿਹੜਾ ਥੋੜ੍ਹਾ ਜਿਹਾ ਕਿਸੇ ਚੀਜ਼ ਦੇ ਵਿੱਚ ਮਾਹਰ ਹੋ ਜਾਂਦਾ ਹੈ ਨਾ, ਉਹ ਦੂਸਰਿਆਂ ਦੇ ਸੋਚ ਦੇ ਲੇਬਲ ਤੋਂ ਥੋੜ੍ਹਾ ਜਿਹਾ ਉੱਚੇ ਚੱਲ ਜਾਂਦਾ ਹੈ ਜੀ। ਉਹਦੀ ਕਹੀ ਹੋਈ ਗੱਲ ਜਿਹੜੀ ਦੂਸਰਿਆਂ ਵਾਸਤੇ ਕ੍ਰਿਸ਼ਮਾ ਹੁੰਦੀ ਹੈ, ਚਮਤਕਾਰ ਹੁੰਦੀ ਹੈ, ਜਾਂ ਕੋਈ ਅਨੋਖਾ ਗਿਆਨ ਹੁੰਦਾ ਹੈ ਜੀ, ਜਿਹਨੂੰ ਕਹਿੰਦੇ ਜੀ ਅਨੁਭਵ ਹੋ ਗਿਆ। ਇਹਨੂੰ ਹੁੰਦਾ ਕੀ ਹੈ ਕਿ ਸਾਡਾ ਲੇਬਲ ਥੱਲੇ ਹੈ, ਠੀਕ, ਉਹ ਸਾਡੇ ਤੋਂ ਥੋੜ੍ਹੇ ਜਿਹੇ ਉੱਪਰਲੇ ਲੇਬਲ 'ਤੇ ਸੋਚ ਰੱਖਣ ਲੱਗ ਪਿਆ ਹੈ। ਉਹਨੂੰ ਫਿਰ ਹੁੰਦਾ ਹੈ ਕਿ ਜਿਹੜਾ ਥੱਲੇ ਲੇਬਲ ਵਾਲਾ ਤਬਕਾ ਹੈ ਨਾ, ਰਾਈਟ, ਇਹਨੂੰ ਕਿਸੇ ਤਰੀਕੇ ਨਾਲ ਹੁਣ ਆਪਣੇ ਥੱਲੇ ਹੀ ਰੱਖਾਂ ਤਾਂ ਕਿ ਮੇਰਾ ਮਕਸਦ ਪੂਰਾ ਹੱਲ ਹੁੰਦਾ ਜਾਵੇ ਜੀ। ਇਹੀ ਕਾਰਨ ਜਿਸ ਤਰ੍ਹਾਂ ਪੁਰਾਣੀਆਂ ਚਲੀਆਂ ਆ ਰਹੀਆਂ ਨੇ, ਉਹ ਜੀ ਜੇ ਤੁਸੀਂ ਦਾਨ ਪੁੰਨ ਕਰੋਗੇ ਤੁਹਾਨੂੰ ਮਰਨ ਤੋਂ ਬਾਅਦ ਆਹ ਕੁਛ ਮਿਲ ਜਾਏਗਾ। ਅੱਜ ਵੀ ਗੁਰਬਾਣੀ ਦੀ ਗੱਲ ਜਿਹੜੀ ਹੈ ਅਸੀਂ ਅਰਥ ਉੱਥੇ ਲੈ ਕੇ ਜੋੜਾਂਗੇ, ਰਾਈਟ, ਪੁਰਾਤਨ ਚੀਜ਼ਾਂ ਨਾਲ ਹੀ। ਮਰਨ ਤੋਂ ਬਾਅਦ ਨਰਕ ਮਿਲਦਾ ਕਿ ਸਵਰਗ ਮਿਲਦਾ ਹੈ ਜੀ। ਅਸੀਂ ਜਦੋਂ ਵੀ ਗੁਰਬਾਣੀ ਦੇ ਅਰਥ ਕਰਾਂਗੇ ਇਹਨਾਂ ਸ਼ਬਦਾਂ ਦੇ, ਉਹਦੇ ਨਾਲ ਹੀ ਜੋੜਾਂਗੇ, ਰਾਈਟ। ਉਸ ਵਕਤ ਉਹ ਬਾਣੀ ਸੱਚ ਸੀ, ਕੋਈ ਰੋਂਗ ਨਹੀਂ ਹੈ। ਅੱਜ ਵੀ ਬਾਣੀ ਸੱਚ ਹੈ, ਆਉਣ ਵਾਲੇ ਭਵਿੱਖ ਵਿੱਚ ਵੀ ਬਾਣੀ ਸੱਚ ਹੈ ਜੀ। ਹਾਂਜੀ, ਉਸ ਵਕਤ ਜੋ ਸੀ ਸਮਾਜ ਦੇ ਵਿੱਚ ਉਹਦੇ ਮੁਤਾਬਕ ਉਹ ਸੱਚ ਸੀ, ਅੱਜ ਜੋ ਸਮਾਜ ਵਿੱਚ ਉਹਦੇ ਮੁਤਾਬਕ ਸੱਚ ਹੈ। ਨਹੀਂ ਤਾਂ ਗੁਰਬਾਣੀ ਦੇ ਅਰਥ ਜਿਹੜੇ ਨੇ ਉਹ ਬਹੁਤ ਗੜਬੜ ਹੋ ਜਾਣਗੇ ਜੀ। ਹੁਣ ਉਦਾਹਰਨ ਦੇ ਤੌਰ 'ਤੇ ਭਗਤ ਕਬੀਰ ਜੀ ਦਾ ਇੱਕ ਸ਼ਲੋਕ ਹੈ, ਕਬੀਰ ਹੈ ਗਏ ਬਾਹਨ ਸਕਨ ਘਨ, ਲਾਖ ਧਜਾ ਫਹਿਰਾਹੇ, ਇਹ ਸੁੱਖ ਤੇ ਭਿਖਿਆ ਭਲੀ, ਜੋ ਹਰ ਸਿਮਰਤ ਦਿਨ ਜਾਹੇ ਜੀ। ਹੈ ਦਾ ਅਰਥ ਹੈ ਘੋੜੇ, ਗਏ ਦਾ ਅਰਥ ਹੈ ਹਾਥੀ। ਹੁਣ ਇਹ ਕੀ ਸੀ? ਵਾਹਨ, ਉਸ ਸਮੇਂ ਦੇ ਵਹੀਕਲ। ਅੱਜ ਆਪਾਂ ਕਹਾਂਗੇ ਜਿਹੜੇ ਹਾਥੀ ਤੇ ਘੋੜੇ ਜਿਹੜੇ ਆ ਨਾ, ਉਹਨਾਂ ਦੀ ਗੱਲ ਕਰਾਂਗੇ ਤੇ ਉਹ ਕਿੱਥੇ ਢੁੱਕੇਗੀ? ਇਹਦਾ ਮਤਲਬ ਉਹ ਸਾਡੀ ਗੱਲ ਨਹੀਂ ਹੈ, ਰਾਈਟ, ਉਹ ਗੁਰਬਾਣੀ ਸਾਡੇ ਲਈ ਨਹੀਂ ਹੈ। ਉਹਦੇ ਮਰ ਚੁੱਕੇ ਪਹਿਲੇ ਰਾਜੇ ਮਹਾਰਾਜੇ ਜਿਨ੍ਹਾਂ ਕੋਲ ਹਾਥੀ ਘੋੜੇ, ਉਹਨਾਂ ਦੀ ਗੱਲ ਹੈ। ਨਹੀਂ, ਸਾਡੇ ਹਾਥੀ ਘੋੜੇ ਕੀ, ਅਸੀਂ ਉਹਨਾਂ ਦੇ ਅਰਥ ਜਿਹੜੇ ਨੇ ਮੌਜੂਦਾ ਸਮੇਂ ਦੇ ਵਿੱਚ ਲੈਣੇ ਆ ਜੀ। ਉਹ ਕੀ? ਸਾਡੇ ਵਹੀਕਲ, ਸਾਡੇ ਸਾਧਨ,
ਚਾਹੇ ਉਹ ਕਾਰ ਹੈ, ਚਾਹੇ ਹਵਾਈ ਜਹਾਜ਼ ਹੈ, ਚਾਹੇ ਰੇਲ ਗੱਡੀ ਹੈ। ਬਿਲਕੁਲ। ਪਰੰਤੂ ਫਿਰ ਉਹੀ ਚੀਜ਼ ਹੈ ਕਿ ਜਦੋਂ ਵੀ ਅਸੀਂ ਕੋਈ ਗੁਰਬਾਣੀ ਦੇ ਅਰਥ ਕਰਦੇ ਹਾਂ ਨਾ, ਉਹਦੇ ਭਾਵ ਅਰਥਾਂ ਨੂੰ ਨਹੀਂ ਸਮਝਦੇ, ਅਸੀਂ ਕੇਵਲ ਪਿੱਛੇ ਦੇ ਨਾਲ ਜੁੜੇ ਹੋਏ ਹਾਂ। ਜਦੋਂ ਕਿ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਐਸੇ ਪ੍ਰਮਾਣ, ਮੈਂ ਜਦੋਂ ਪੜ੍ਹਦਾ ਨਾ ਮੈਂ ਹੈਰਾਨ ਹੋ ਜਾਂਦਾ ਜਦੋਂ ਸਮਝਣ ਦੀ ਕੋਸ਼ਿਸ਼ ਕਰਦਾ। ਉਹਨਾਂ ਨੇ ਅਸਲ ਦੇ ਵਿੱਚ ਸਾਨੂੰ ਭਵਿੱਖ ਦੇ ਬਾਰੇ ਜ਼ਿਆਦਾ ਕਦਮ ਪੁੱਟਣ ਲਈ ਕਿਹਾ ਹੈ ਜੀ। ਜਿਸ ਤਰ੍ਹਾਂ ਕਿਹਾ ਕਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਠੀਕ। ਬੇੜਾ ਕੀ ਹੈ? ਕਿਸ਼ਤੀ। ਤੇ ਬੰਨਣ ਦਾ ਅਰਥ ਹੈ ਬਣਾਉਣੀ, ਤਿਆਰ ਕਰਨੀ। ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ, ਵੀ ਹੁਣ ਤੇਰੇ ਕੋਲ ਵਕਤ ਹੈ, ਪਾਣੀ ਦਰਿਆ ਦਾ ਜਿਹੜਾ ਉਹ ਠੀਕ ਚੱਲ ਰਿਹਾ ਹੈ, ਜੇ ਹੁਣ ਤੂੰ ਬੇੜਾ ਆਪਣਾ ਨਹੀਂ ਤਿਆਰ ਕਰ ਰਿਹਾ ਜੀ, ਤੇ ਜਦੋਂ ਕੱਲ ਨੂੰ ਹੜ੍ਹ ਆ ਜਾਏਗਾ, ਭਰ ਸਰਵਰ ਜਬ ਉਛਲੈ, ਜਦੋਂ ਪਾਣੀ ਉਛਲੇਗਾ, ਫਿਰ ਉਦੋਂ ਸੋਚੇਗਾ ਮੈਂ ਹੁਣ ਬੇੜਾ ਆਪਣਾ ਬੰਨਾ। ਜੀ। ਉਹਦਾ ਭਾਵ ਅਰਥ ਅਸੀਂ ਲੈਣਾ ਵੀ ਸੰਸਾਰ ਜਿਸ ਤਰੀਕੇ ਨਾਲ ਅੱਗੇ ਵੱਧ ਰਿਹਾ ਹੈ, ਉਹਦੀ ਬੁੱਧੀ ਦਾ ਵਿਕਾਸ ਜਿਵੇਂ ਚੱਲ ਰਿਹਾ ਹੈ, ਅਸੀਂ ਇਸ ਸੰਸਾਰ ਦੇ ਰੋਲ ਮਾਡਲ ਬਣਨਾ ਹੈ ਜੀ। ਇਹ ਦੁਨੀਆ ਦੇ ਲੋਕ ਸਾਨੂੰ ਪੁੱਛਣ ਵੀ ਹਾਂ ਜੀ ਤੁਸੀਂ ਦੱਸੋ, ਅਸੀਂ ਉਹਨਾਂ ਦੇ ਸੋਚ ਤੋਂ 2 ਕਦਮ ਅੱਗੇ ਰਹਿਣਾ ਹੈ। ਉਹਨਾਂ ਦੀ ਸੋਚ ਤੋਂ 2 ਕਦਮ ਅੱਗੇ ਰਹਿਣ ਦੇ ਲਈ ਸਾਡੇ ਲਈ ਜ਼ਰੂਰੀ ਹੈ ਕਿ ਸਾਨੂੰ ਬੇੜਾ ਵੀ ਉਹ ਤਿਆਰ ਕਰਨਾ ਪਏਗਾ। ਜੀ। ਮੰਨ ਲਓ ਕੋਈ ਬਹੁਤ ਚੰਗਾ ਖੋਜੀ ਹੈ, ਕੋਈ ਵਿਗਿਆਨਕ ਲਾ ਲਓ, ਵਿਗਿਆਨਕ ਵੀ ਸਾਨੂੰ ਪੁੱਛੇ, ਅਸੀਂ ਉਹ ਤੋਂ 2 ਕਦਮ ਅੱਗੇ ਹੋਈਏ। ਜੀ। ਹਾਂ ਵੀ ਗੁਰਬਾਣੀ ਕੀ ਕਹਿ ਰਹੀ ਸਾਨੂੰ ਦੱਸੋ ਵਿਗਿਆਨਕ ਦੇ ਬਾਰੇ, ਅਸੀਂ ਉਸ ਉਤਾਰ ਤੇ ਚੱਲੀਏ। ਪਰ ਜਦੋਂ ਅਗਾਂਹ ਵਧੂ ਦੀ ਗੱਲ ਆਉਂਦੀ ਹੈ ਨਾ, ਉਹਨੂੰ ਜਾਂ ਤਾਂ ਅਸੀਂ ਇਸ ਚੀਜ਼ ਨਾਲ ਜੋੜ ਲਿਆ, ਅਗਾਂਹ ਵਧੂ ਦਾ ਭਾਵ ਹੈ ਜੀ ਮਰਨ ਤੋਂ ਬਾਅਦ। ਜੀ। ਜਿਉਂਦੇ ਜੀ ਸਾਡੇ ਬੁੱਧੀ ਨੇ ਅੱਗੇ ਵਧਣਾ ਹੈ, ਸਾਡੀ ਮੱਤ ਦਾ ਹੋਰ ਵਿਕਾਸ ਹੋਣਾ ਹੈ, ਗੁਰਬਾਣੀ ਦੇ ਅਰਥ ਜਿਹੜੇ ਨੇ ਹੋਰ ਗਹਿਰੇ ਸਾਡੀ ਸਮਝ ਵਿੱਚ ਆਉਣੇ ਚਾਹੀਦੇ ਨੇ। ਉਹਨਾਂ ਚੀਜ਼ਾਂ ਨੂੰ ਅਸੀਂ ਜਿਹੜਾ ਨਾ ਉਹ ਭੁੱਲ ਬੈਠੇ ਹਾਂ। ਉਸ ਕੇਵਲ ਉੱਥੇ ਕਿ ਸਾਖੀਆਂ ਕਹਾਣੀਆਂ ਤੱਕ ਕਿ ਪਿੱਛੇ ਸੀਮਤ ਰਹਿ ਗਈ ਸੋਚ ਸਾਡੀ, ਰਾਈਟ। ਉਹ ਗਾਹ ਨਹੀਂ ਹੀ ਤੁਰ ਪਾਏ ਵੀ। ਇਹ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਹੈ, ਜਿਸ ਤਰ੍ਹਾਂ ਤੁਸੀਂ ਅਨੁਭਵ ਦਾ ਲਫ਼ਜ਼ ਦਾ ਇਸਤੇਮਾਲ ਕੀਤਾ ਹੈਗਾ, ਤੇ ਅੱਜ ਤਾਂ ਅਨੁਭਵ ਕਰਵਾਇਆ ਜਾ ਰਿਹਾ ਕਿ ਰੱਬ ਦੇ ਦਰਸ਼ਨ ਕਰਵਾਏ ਜਾਂਦੇ ਹੈਗੇ ਨੇ ਸਿੱਖੀ ਦੇ ਵਿੱਚ। ਅਤੇ ਇੱਥੋਂ ਤੱਕ ਅਸੀਂ ਪਹੁੰਚ ਗਏ ਕਿ ਜਿਹੜੇ ਤੁਸੀਂ ਗੱਲ ਕੀਤੀ ਕਿ ਅਗਾਂਹ ਵਧੂ ਸੋਚ ਜੋ ਸੀ, ਉਸ ਦੇ ਬਾਰੇ ਇੱਕਦਮ ਇੱਕ ਜਿਸ ਤਰ੍ਹਾਂ ਕਹਿੰਦੇ ਨੇ ਜੀ ਪਾਣੀ ਤੇ ਬੰਨਾ ਲਾ ਦਿੱਤਾ ਜਾਂਦਾ ਕਿ ਪਾਣੀ ਅੱਗੇ ਨੂੰ ਨਾ ਜਾਵੇ, ਉਸੇ ਤਰੀਕੇ ਨਾਲ ਸਾਡੀ ਸੋਚ 'ਤੇ ਵੀ ਅੱਜ ਬਹੁਤ ਵੱਡੇ ਪੱਧਰ ਦੇ ਉੱਤੇ ਸਭ ਕੁਝ ਚੱਲ ਰਿਹਾ, ਜਿੱਥੇ ਕਿ ਕਿਤੇ ਅਨਾਦਰ ਨਾ ਹੋ ਜਾਏ ਗੁਰਬਾਣੀ ਦਾ, ਇਹ ਕਹਿ ਕੇ ਜਾਂ ਪਰੰਪਰਾ ਦਾ ਲਫ਼ਜ਼ ਇਸਤੇਮਾਲ ਕਰਕੇ ਉਹ ਚੀਜ਼ਾਂ ਜਿਹੜੀ ਸੀ ਕਿ ਸੋਚ ਜਿਹੜੀ ਸੀ ਉਸ ਨੂੰ ਦਬਾਇਆ ਜਾ ਰਿਹਾ। ਇਹ ਕਿਉਂ ਚੱਲ ਰਿਹਾ ਹੈ? ਉਹਦਾ ਮੁੱਖ ਕਾਰਨ ਮੈਂ ਤੁਹਾਨੂੰ ਦੱਸਿਆ ਵੀ ਜਿਨ੍ਹਾਂ ਦਾ ਥੋੜ੍ਹਾ ਜਿਹਾ ਉੱਚਾ ਲੇਬਲ ਹੈ ਨਾ, ਉਹਨਾਂ ਦੀ ਇਹੀ ਕੋਸ਼ਿਸ਼ ਹੈ ਕਿ ਰਾਜਨੀਤਿਕ ਮਨੁੱਖ ਦੀ ਕੋਸ਼ਿਸ਼ ਹੁੰਦੀ ਕਿ ਲੋਕਾਂ ਨੂੰ ਸਮਝ ਨਾ ਆ ਜੇ। ਜੀ। ਜੇ ਸਮਝ ਆ ਗਈ ਤੇ ਵੋਟ ਸਾਨੂੰ ਨਹੀਂ ਪੈਣੀ, ਬੇਸਮਝੀ 'ਚ ਰਹਿਣ। ਇਸੇ ਤਰ੍ਹਾਂ ਧਰਮ ਦੇ ਜਿਹੜੇ ਚੱਲਦੀ ਹੈ ਨਾ ਆਪਣੀ ਮਾਰਗ ਹੈ, ਇਹਦੇ ਵਿੱਚ ਵੀ ਜਿਹੜੇ ਕੁਝ ਲੋਕ ਐਸੇ ਨੇ ਜਿਹੜੇ ਦਾਅਵੇਦਾਰ ਹੁੰਦੇ ਨੇ, ਜਿੱਦਾਂ ਰਾਜਨੀਤਿਕ ਲੀਡਰ ਨੇ, ਧਰਮ ਦੇ ਲੀਡਰ ਜਿਹੜੇ ਨੇ, ਉਹਨਾਂ ਦੀ ਸੋਚ ਹੁੰਦੀ ਕਿ ਇਹਨਾਂ ਨੂੰ ਪਰੰਪਰਾ ਨਾਂ ਦੇ ਬੰਨ੍ਹ ਦੇ ਉੱਤੇ ਲਿਆ ਕੇ ਰੋਕ ਦਿਓ, ਰਾਈਟ, ਇਸ ਤੋਂ ਕਦਮ ਅੱਗੇ ਨਾ ਪੁੱਟਣੇ। ਜਦੋਂ ਕਿ ਗੁਰਸਿੱਖ ਨੇ ਪਰੰਪਰਾ ਨੂੰ ਨਹੀਂ, ਗੁਰਬਾਣੀ ਨੂੰ ਮੁੱਖ ਰੱਖਣਾ ਸੀ। ਜੀ। ਗੁਰੂ ਕੀ ਕਹਿ ਰਿਹਾ, ਗੁਰੂ ਦੀ ਮੱਤ ਨੂੰ, ਉਹ ਇੱਕ ਪਰੰਪਰਾ ਨਾਂ ਦੀ ਜਿਹੜੀ ਗੋਲੀ ਉਹਨੂੰ ਦੇ ਦਿੱਤੀ, ਉਹ ਉੱਥੇ ਕੀ ਡਿੱਗ ਪਿਆ। ਉਹ ਜਦੋਂ ਕੋਈ ਗੱਲ ਚੱਲਦੀ ਹੈ ਨਾ, ਸਾਡੀ ਪਰੰਪਰਾ ਜੀ, ਅਸੀਂ ਪਰੰਪਰਾ ਨਹੀਂ ਛੱਡ ਸਕਦੇ, ਗੁਰੂ ਨੂੰ ਛੱਡ ਸਕਦੇ ਹਾਂ, ਗੁਰੂ ਦੇ ਸਿਧਾਂਤਾਂ ਨੂੰ ਛੱਡ ਸਕਦੇ, ਪਰੰਪਰਾ ਨੂੰ ਨਹੀਂ ਛੱਡ ਸਕਦੇ। ਇਹ ਚੀਜ਼ ਸਾਡੇ ਵਿੱਚ ਜਿਹੜੀ ਨਾ ਆ ਗਈ। ਮੈਂ ਕਈ ਵਾਰ ਸੋਚਦਾ ਕਿ ਹੁਣ ਅੱਜ ਅਸੀਂ ਜਿੰਨੇ ਵੀ ਸਾਡੇ ਧਰਮੀ ਲੋਕ ਨੇ, ਜਿਹੜੇ ਜਦੋਂ ਕਥਾ ਗੁਰਬਾਣੀ ਦੇ ਅਰਥ ਕਰਨਗੇ ਤੇ ਗੱਲਾਂ ਸ਼ਿਵ ਜੀ ਤੇ ਪਾਰਵਤੀ ਦੀਆਂ ਸੁਣਾਉਣਗੇ, ਪੁਰਾਣੀਆਂ ਗੁਰਬਾਣੀ ਦੇ ਅਰਥ ਜਿਹੜੇ ਨੇ ਉਹ ਪੁਰਾਤਨ ਸਮੇਂ ਨਾਲ ਜੋੜਨਗੇ। ਜੀ। ਜਦੋਂ ਕਿ ਪੁਰਾਤਨ ਸਮੇਂ ਦੇ ਵਿੱਚ ਲੋਕ ਕੀ ਖਾਂਦੇ ਸੀ? ਗਾਜਰਾਂ, ਮੂਲੀਆਂ, ਇਹ ਹੁੰਦਾ ਸੀ ਉਹਨਾਂ ਦਾ ਭੋਜਨ ਆਹਾਰ। ਉਹਨਾਂ ਬਾਬਿਆਂ ਦਾ ਕਿ ਪੀਜ਼ਾ ਰੱਖ ਦਿਓ, ਰੱਜ ਕੇ ਖਾ ਲੈਣਗੇ, ਕੋਲਡ ਡਰਿੰਕ ਵੀ ਪੀ ਲੈਣਗੇ। ਹੁਣ ਉਹ ਤੇ ਪੁਰਾਣੇ ਸਮੇਂ ਨਹੀਂ ਸੀ। ਰਾਈਟ। ਉਹ ਕਹਿੰਦੇ ਨੇ ਗੱਡੀ ਲੈਣੀ ਤੇ ਗੱਡੀ ਉਹ ਲੈਣੀ ਜਿਹੜੀ ਅਜੇ ਤੱਕ ਲੋਕਾਂ ਦੀ ਪਹੁੰਚ ਤੋਂ ਪਰੇ ਆ। ਬਿਲਕੁਲ। ਅੱਗੇ ਜਾ ਕੇ ਲੋਕ 10-20 ਸਾਲ ਬਾਅਦ ਜਿਹੜੀ ਖਰੀਦਣ, ਸਾਡਾ ਵਹੀਕਲ ਇਹੋ ਜਿਹਾ ਹੋਵੇ। ਜਦੋਂ ਲੋਕਾਂ ਨੂੰ ਕੋਈ ਗਿਆਨ ਦੀ ਗੱਲ ਸਮਝਾਉਣੀ ਆ, ਗੁਰਮਤ ਦੀ ਗੱਲ, ਜੀਵਨ ਦੀ ਗੱਲ ਸਮਝਾਉਣੀ ਆ, ਉਹਨਾਂ ਨੂੰ 10 ਕਦਮ ਪਿੱਛੇ ਦੇ ਰੱਖਣਾ ਵਾ। ਤੇ ਅਗਾਂਹ ਇੱਕ ਹੋਰ ਬੜਾ ਸਾਡੇ 'ਚ ਨਾ ਦੁਖਾਂਤ ਆ ਗਿਆ ਵੀ ਉਹ ਅਸੀਂ ਵੀ ਇੰਨਾ ਹੀ ਸੌਂ ਗਏ, ਇੰਨਾ ਜ਼ਿਆਦਾ ਸੌਂ ਗਏ ਕਿ ਅਸੀਂ ਵੀ ਸਵਾਲ ਕਰਨ ਦੀ ਹਿੰਮਤ ਭੁੱਲ ਗਏ। ਬਿਲਕੁਲ। ਮੈਂ ਤੇ ਨਾ ਰਸਤੇ 'ਚ ਆਉਂਦਾ ਸੀ, ਮੈਂ ਕਹਿ ਰਿਹਾ ਸੀ ਮੈਂ ਸੁੱਤਾ ਸ਼ਬਦ ਵੀ ਜੇ ਵਰਤਾਂ ਨਾ, ਉਹ ਵੀ ਸੋਚਦਾ ਕਿ ਜਿਵੇਂ ਥੋੜ੍ਹਾ ਜਿਹਾ ਨਾ ਲੀਨੀਅੰਟ। ਹਾਂ, ਕਿਉਂਕਿ ਸੁੱਤੇ ਨੂੰ ਤਾਂ ਫਿਰ ਵੀ ਉਠਾ ਲਈਦਾ। ਰਾਈਟ। ਇਹ ਯਾਦਸਤ ਭੁੱਲ ਗਿਆ ਸੀ। ਜਿਹਦੀ ਯਾਦਸਤ ਹੀ ਭੁੱਲ ਗਈ ਹੋਵੇ ਨਾ, ਠੀਕ, ਉਹਦੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਉਹਨੂੰ ਪੁਰਾਣੀਆਂ ਗੱਲਾਂ ਜਾਂ
ਜਾਂ ਉਹਨੂੰ ਆਪਣਾ ਜਿਹੜਾ ਉਹਦਾ ਅਸਲੀ ਸਿਧਾਂਤ ਹੈ, ਅਸਲੀ ਰਸਤਾ ਹੈ, ਉਸ ਚੀਜ਼ ਦੇ ਬਾਰੇ ਉਹਨੂੰ ਸਮਝਾ ਪਾਉਣਾ। ਇਹਦੇ ਵਿੱਚ ਜਿੱਥੇ ਕੋਈ ਸ਼ੱਕ ਨਹੀਂ ਕਿ ਜਿਹੜੇ ਧਾਰਮਿਕ ਆਪਣੇ ਆਪ ਨੂੰ ਖਾਤੀ ਅਖਵਾਉਂਦੇ ਨੇ ਜਾਂ ਲੀਡਰ ਨੇ, ਉਹਨਾਂ ਨੇ ਤਾਂ ਇਹ ਸਭ ਕੁਝ ਕਰਨਾ ਹੀ ਸੀ, ਪਰ ਇਹਦੇ ਵਿੱਚ ਤੁਹਾਡੀ ਸ਼੍ਰੇਣੀ ਜਿਹੜੀ ਹੈਗੀ ਜੀ, ਉਹਦਾ ਵੀ ਬੜਾ ਵੱਡਾ ਯੋਗਦਾਨ ਆਉਂਦਾ ਹੈ ਕਿ ਉਹ ਜਿਹੜੇ ਗੁਰੂ ਦੇ ਵਜ਼ੀਰ ਜਿਹੜੇ ਹਨ, ਉਹਨਾਂ ਨੇ ਜਾ ਕੇ ਲੋਕਾਂ ਵਿੱਚ ਜਾਗਰੂਕਤਾ ਲਿਆਉਣੀ ਸੀ, ਪਰ ਉਹ ਵੀ ਅਵੇਸਲੇ ਹੋ ਗਏ ਜਾਂ ਜਾਣ ਬੁੱਝ ਕੇ ਜੋ ਹੈ ਇਹ ਚੀਜ਼ ਜਿਹੜੀ ਹੈ ਬਾਹਰ ਕਈ ਵਾਰੀ ਨਹੀਂ ਲਿਆ ਰਹੇ। ਬਹੁਤ ਸਾਰੇ ਵਧੀਆ ਕੰਮ ਵੀ ਹੋ ਰਹੇ ਨੇ, ਪਰ ਜ਼ਿਆਦਾਤਰ ਇਹ ਵੀ ਵੇਖਿਆ ਜਾ ਰਿਹਾ ਕਿ ਲੋਕਾਂ ਨੂੰ ਕਿ ਕਿਤੇ ਸਵਾਲ ਨਾ ਪੁੱਛ ਲੈਣ, ਉਹਨਾਂ ਦੇ ਵਿੱਚ ਇੱਕ ਡਰ ਜੋ ਹੈ, ਖੌਫ ਜੋ ਹੈ ਉਹ ਕਾਇਮ ਕੀਤਾ ਜਾ ਰਿਹਾ ਹੈ, ਬਜਾਏ ਕਿ ਉਹਨਾਂ ਦੇ ਵਿੱਚ ਇੱਕ ਮਨ ਵਿੱਚ ਕੋਈ ਸਵਾਲ ਪੁੱਛਣ ਦੀ ਜਿਹੜੀ ਜਾਗਰਤੀ ਹੈ ਇਹ ਵਧੀ। ਇਹਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹਦੇ ਵਿਚਾਰ ਲੈਣੇ ਜੀ ਇਸ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਜੀ। ਭਾਈ ਸਾਹਿਬ, ਭਾਈ ਸ਼ਿਵਤੇਜ ਸਿੰਘ ਜੀ ਸਾਡੇ ਨਾਲ ਸਾਂਝ ਪਾ ਰਹੇ ਨੇ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਦੇ ਉੱਤੇ, ਜਿਸ ਬਾਰੇ ਜਾਗਰਤੀ ਲੈਣੀ ਕੌਮ ਦੇ ਵਿੱਚ ਬਹੁਤ ਜ਼ਰੂਰੀ ਹੈ। ਆਓ ਇਸ ਸੰਬੰਧ ਵਿੱਚ ਹੋਰ ਗੱਲਬਾਤ ਕਰਦੇ ਹਾਂ। ਜਿਹੜਾ ਸਵਾਲ ਇਹਨਾਂ ਨੂੰ ਮੈਂ ਬ੍ਰੇਕ ਤੋਂ ਪਹਿਲਾਂ ਪੁੱਛਿਆ ਸੀ, ਉਹਦੇ ਬਾਰੇ ਇਹਨਾਂ ਦੇ ਕੀ ਵਿਚਾਰ ਨੇ ਜੀ? ਭਾਈ ਸਾਹਿਬ, ਸੋ ਤੁਹਾਡੀ ਸ਼੍ਰੇਣੀ ਦੀ ਜੇ ਤੁਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਮਾਣ ਸਤਿਕਾਰ ਹੁੰਦਾ ਸੀ ਲੋਕਾਂ ਨੂੰ ਕਿ ਜੀ ਜੋ ਤੁਸੀਂ ਕਹਿ ਰਹੇ ਹੋ ਉਸ ਉੱਤੇ ਲੋਕਾਂ ਨੂੰ ਵਿਸ਼ਵਾਸ ਬਣਦਾ ਸੀ, ਕਿਉਂਕਿ ਤੁਸੀਂ ਉਸ ਫੀਲਡ ਨਾਲ ਜੁੜੇ ਹੋਏ ਸੀ। ਪਰ ਅੱਜ ਉਹ ਵਿਸ਼ਵਾਸ ਵੀ ਟੁੱਟਦਾ ਜਾ ਰਿਹਾ, ਕਿਉਂਕਿ ਜਿੱਥੇ ਤਾਂ ਪ੍ਰਚਾਰਕ ਨੇ ਆ ਕੇ ਲੋਕਾਂ 'ਚ ਜਾਗਰਤੀ ਲਿਆਉਣੀ ਸੀ, ਉਹ ਤਾਂ ਰਾਦਰ ਹੁਣ ਖੌਫ, ਡਰ ਜੋ ਹੈ ਉਹ ਜ਼ਿਆਦਾ ਕਾਇਮ ਕਰ ਰਹੇ ਹੈਗੇ ਨੇ। ਉਹਦੇ ਮੈਂ ਕੁਝ ਕਾਰਨ ਮਹਿਸੂਸ ਕੀਤੇ ਜੀ। ਇੱਕ ਤੇ ਕਾਰਨ ਹੈ ਵੀ ਅਸੀਂ ਪ੍ਰਚਾਰਕ ਲਾਈਨ ਵਿੱਚ ਆਏ ਕਿਉਂ ਸੀ, ਉਹਦੇ ਪਿੱਛੇ ਸਾਡਾ ਮਕਸਦ ਕੀ ਸੀ ਜੀ? ਮਕਸਦ ਸਾਡਾ ਜਾਗਰਤੀ ਲਿਆਉਣਾ ਸੀ ਕਿ ਜਾਂ ਰੁਜ਼ਗਾਰ? ਉਹ ਚੀਜ਼ ਬੜੀ ਮਾਇਨੇ ਰੱਖਦੀ ਹੈ। ਠੀਕ। ਜਿੱਥੇ ਰੁਜ਼ਗਾਰ ਦੀ ਗੱਲ ਆਵੇਗੀ ਨਾ, ਉੱਥੇ ਹਮੇਸ਼ਾ ਅਸੀਂ ਇਹ ਦੇਖਣਾ ਕਿ ਸਾਡੀ ਰੋਜ਼ੀ ਰੋਟੀ ਜਿਹੜੀ ਹੈ ਨਾ ਉਹ ਚੱਲਦੀ ਜਾਵੇ। ਇਸ ਲਈ ਅਸੀਂ ਹਮੇਸ਼ਾ ਹੀ ਜੋ ਚੱਲਿਆ ਆ ਰਿਹਾ ਉਸੇ ਦੇ ਉੱਤੇ ਲਕੀਰ ਦੇ ਫਕੀਰ ਬਣੇ ਰਵਾਂਗੇ। ਡਰ ਹੁੰਦਾ ਕਿ ਕਿਸੇ ਤਰੀਕੇ ਨਾਲ ਇਹ ਨਾ ਹੋਵੇ ਕਿ ਕੱਲ੍ਹ ਨੂੰ ਪ੍ਰਬੰਧਕ ਜਾਂ ਸੰਗਤ ਕੋਈ ਨਾਰਾਜ਼ ਹੋ ਜੇ, ਸਾਡੀ ਰੋਜ਼ੀ ਰੋਟੀ ਵਿੱਚ ਵਿਘਨ ਪੈ ਜੇ। ਠੀਕ। ਨੰਬਰ 2, ਅਸੀਂ ਜੋ ਸਿੱਖਿਆ ਹੈ ਉਹ ਸਿੱਖ ਕੇ ਕਿੱਥੋਂ ਆਏ ਆ, ਇਹ ਬਹੁਤ ਮਾਇਨੇ ਰੱਖਦੀ ਹੈ। ਠੀਕ। ਕਿਉਂਕਿ ਜਿਹੜਾ ਅਸੀਂ ਪੀਰੀਅਡ ਸਿੱਖਣ ਤੇ ਲਾਇਆ ਨਾ, ਉਸ ਪੀਰੀਅਡ ਵਿੱਚ ਸਾਡਾ ਮਾਈਂਡ, ਪਹਿਲਾ ਮਾਈਂਡ ਬਿਲਕੁਲ ਵਾਸ਼ ਕਰਕੇ ਤੇ ਉਹਦੇ ਵਿੱਚ ਸਿੱਖਿਆ ਭਰੀ ਗਈ। ਉਹ ਸਿੱਖਿਆ ਕੀ ਭਰੀ ਗਈ ਹੈ ਜੀ? ਜਿਸ ਤਰ੍ਹਾਂ ਬਾਣੀ ਵਿੱਚ ਆਉਂਦਾ ਨਾ, ਜੋ ਜੀਏ ਹੋਏ ਸੋ ਉਗਵੈ। ਹੁਣ ਜਿਹੜੀ ਚੀਜ਼ ਸਾਡੇ ਅੰਦਰ ਭਰੀ ਗਈ ਉਹ ਚੀਜ਼ ਬਾਹਰ ਆਉਣੀ ਆ। ਠੀਕ। ਅੱਛਾ, ਉਹ ਚੀਜ਼ ਜਿਹੜੀ ਹੈ ਨਾ ਸਾਡੀ, ਹੁਣ ਅਸੀਂ ਜ਼ੁਬਾਨ ਨਾਲ ਬੋਲੀ ਗਏ। ਮੈਂ ਇੱਕ ਹੋਰ ਵੀ ਮਹਿਸੂਸ ਕੀਤਾ ਕਿ ਪਿਛਲੇ 5 ਸਾਲ ਤੋਂ ਮੰਨ ਲਓ ਕਿ ਅਸੀਂ ਕੋਈ ਗੱਲ ਕਰਦੇ ਆ ਰਹੇ ਹਾਂ, ਕਿਉਂਕਿ ਅਸੀਂ ਉਹ ਸਿੱਖਿਆ ਹੋਇਆ ਹੈ। ਅੱਜ ਜਦੋਂ ਸਾਨੂੰ ਪਤਾ ਲੱਗਾ ਵੀ ਨਹੀਂ, ਸਾਡੀ ਸਿੱਖਿਆ ਜਿਹੜੀ ਸੀ ਉਹ ਇੱਥੇ ਗਲਤ ਸਾਬਤ ਹੋ ਰਹੀ ਹੈ ਜੀ, ਫਿਰ ਸਾਡੇ ਮਨ 'ਚ ਇੱਕ ਡਰ ਹੁੰਦਾ ਵਾ ਕਿ ਅਸੀਂ 5 ਸਾਲ ਆ ਗੱਲ ਕਰਦੇ ਰਹੇ ਹਾਂ, ਤੇ ਜੇ ਹੁਣ ਅਸੀਂ ਇਸ ਗੱਲ ਦੇ ਬਾਰੇ ਅਸੀਂ ਕਿਹਾ ਵੀ ਨਹੀਂ ਆ ਏ, ਤੇ ਲੋਕ ਸਾਨੂੰ ਪੁੱਛਣਗੇ ਪਿਛਲੇ 5 ਸਾਲਾਂ ਬਾਰੇ, ਤੇ ਅਸੀਂ ਜਵਾਬ ਕੀ ਦੇਵਾਂਗੇ? ਠੀਕ। ਅਸੀਂ ਆਪਣੇ ਆਪ ਨੂੰ ਸੱਚਾ ਸਾਬਤ ਰੱਖਣ ਦੇ ਲਈ ਵੀ ਝੂਠ ਦੇ ਨਾਲ ਜੁੜੇ ਰਹਿੰਦੇ ਹਾਂ ਜੀ। ਇਹ ਮੈਂ ਸੋਚਦਾ ਕਿ ਸਾਡੀ ਕਮਜ਼ੋਰੀ ਹੈ। ਮੈਂ ਤਾਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਸਟੇਜ ਦੇ ਉੱਪਰ ਵੀ ਮੈਂ ਜੋ ਸਿੱਖਿਆ ਜਾਂ ਜੋ ਕੁਛ ਮੈਂ ਗਾਂ ਘੋਖ ਕੀਤੀ ਹੈ, ਰਿਸਰਚ ਕੀਤੀ ਹੈ, ਉਹ ਮੇਰੀ ਸੋਚ ਬਣੀ ਹੈ। ਠੀਕ। ਤੇ ਮੇਰੀ ਸੋਚ ਬੇਸ਼ੱਕ ਭਾਵੇਂ 20 ਸਾਲਾਂ ਤੋਂ ਰਿਸਰਚ ਚੱਲੀ ਆ ਰਹੀ ਹੈ, ਉਸ ਸੋਚ ਦੇ ਅੱਗੇ ਅੱਜ ਵੀ ਕਿਤੇ ਗੁਰਬਾਣੀ ਦੀ ਕੋਈ ਪੰਕਤੀ ਟਕਰਾਅ ਬਣ ਰਹੀ ਹੈ ਨਾ, ਮੈਂ ਆਪਣੀ ਸੋਚ ਛੱਡ ਦਿਆਂਗਾ। ਠੀਕ। ਕਿਉਂਕਿ ਮੇਰੀ ਸੋਚ ਰੌਂਗ ਹੋ ਸਕਦੀ ਹੈ। ਬਿਲਕੁਲ, ਕਿਸੇ ਵੀ ਵਿਅਕਤੀ ਦੀ ਹੋ ਸਕਦੀ ਹੈ। ਅੱਛਾ, ਉਹਦੇ ਵਿੱਚ ਮੇਰੀ ਬਹਾਦਰੀ ਹੋਵੇਗੀ ਜੇ ਮੈਂ ਸੋਚ ਛੱਡਾਂਗਾ, ਉਹ ਰੌਂਗ ਸੋਚ ਛੱਡ ਦਿਆਂ, ਉਹਦੇ ਵਰਗਾ ਸੂਰਮਗਤੀ ਕੋਈ ਨਹੀਂ। ਪਰੰਤੂ ਸਾਡੇ ਜ਼ਿਆਦਾਤਰ ਮੈਂ ਪ੍ਰਚਾਰਕ ਸ਼੍ਰੇਣੀ ਦਾ ਵੇਖਿਆ ਕਿ ਉਹ ਸੋਚਦੇ ਨੇ ਵੀ ਇਹਦੇ ਵਿੱਚ ਸਾਡੀ ਸਭ ਤੋਂ ਵੱਡੀ ਹਾਰ ਹੈ ਜੀ। ਆ ਜਿੰਨੇ ਵਿਵਾਦ ਪਿਛਲੇ ਦਿਨਾਂ ਚੱਲੇ ਆ ਰਹੇ ਨੇ ਨਾ ਸਾਡੇ ਸਿੱਖ ਧਰਮ ਦੇ ਵਿੱਚ, ਮੈਂ ਕਈ ਵਾਰ ਮਹਿਸੂਸ ਕੀਤਾ 80% ਉਹਨਾਂ ਵਿਵਾਦ ਦੀ ਲੋਕਾਂ ਨੂੰ ਸਮਝ ਆ ਗਈ ਹੈ ਜੀ ਵੀ ਅਸੀਂ ਰੌਂਗ ਆ, ਪਰ ਉਹ ਛੱਡਣ ਨੂੰ ਤਿਆਰ ਇਸ ਕਰਕੇ ਨਹੀਂ ਕਿ ਸਾਡੀ ਹਾਰ ਹੈ। ਬਿਲਕੁਲ, ਆਪਣੀ ਹਉਮੈ ਜਿਹੜੀ ਹੈਗੀ, ਆਪਣੀ ਹਉਮੈ ਨੂੰ ਮੁੱਖ ਰੱਖਿਆ। ਤੀਸਰਾ ਕਾਰਨ ਇੱਕ ਮੈਂ ਹੋਰ ਵੇਖਿਆ ਹੈ ਕਿ ਸਾਡੀ ਜਿਹੜੀ ਸ਼੍ਰੇਣੀ ਹੈ ਇਹ ਕਿਉਂ ਨਹੀਂ ਸੱਚ ਸਾਹਮਣੇ ਲੈ ਕੇ ਆ ਰਹੀ। ਮੌਜੂਦਾ ਸਮੇਂ ਦੇ ਵਿੱਚ ਗਿਣਤੀ ਦੇ ਪ੍ਰਚਾਰਕ ਨੇ ਜਿਹੜੇ ਸਿਧਾਂਤ ਦੀ ਗੱਲ ਕਰਦੇ ਨੇ, ਤੇ ਉਹਨਾਂ ਦੇ ਲਈ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਲੜਾਈਆਂ ਕਹਿ ਸਕਦੇ, ਫਾਈਟ ਕਰਨੀ ਪੈ ਰਹੀ ਹੈ ਜੀ ਗਿਣਤੀ ਦੇ। ਉਹਨਾਂ ਦਾ ਜਦੋਂ ਹਸ਼ਰ ਵੇਖਦੇ ਲੋਕ, ਪ੍ਰਚਾਰਕ ਦੂਸਰੇ ਜਿਨ੍ਹਾਂ ਦੇ ਅੰਦਰ ਕੋਈ ਵਲਵਲਾ ਹੁੰਦਾ ਸੀ ਵੀ ਸਿਧਾਂਤ ਦੀ ਗੱਲ ਕਰਨੀ, ਸੱਚ ਬੋਲਣਾ, ਉਹ ਦੇਖਦੇ ਨੇ ਇਹਨਾਂ ਲੋਕਾਂ ਦਾ ਨਾ ਆਹ ਹੋ ਰਿਹਾ ਵਾ, ਇਹਨਾਂ ਨੂੰ ਇਸ ਤਰ੍ਹਾਂ ਟੌਰਚਰ ਕੀਤਾ ਜਾ ਰਿਹਾ, ਇਹਨਾਂ ਨੂੰ ਸਰਕਾਰ ਵੱਲੋਂ ਦਬਾਅ ਪਾਇਆ ਜਾ ਰਿਹਾ, ਜਾਂ ਇਹਨਾਂ ਨੂੰ ਜਿਹੜੇ ਬਹੁ ਗਿਣਤੀ ਵਾਲੇ ਲੋਕ ਨੇ
ਉਹਨਾਂ ਵੱਲੋਂ ਆ ਨੁਕਸਾਨ ਪਹੁੰਚਾਏ ਜਾ ਰਿਹਾ, ਉਹਨਾਂ ਦਾ ਨਾ ਮਨੋਬਲ ਟੁੱਟ ਜਾਂਦਾ। ਠੀਕ। ਉਹ ਫਿਰ ਕਦਮ ਨਹੀਂ ਪੁੱਟਦੇ। ਤੁਸੀਂ ਆਪਾਂ ਥੋੜ੍ਹੀ ਜਿਹੀ ਸਿੱਖਿਆ ਹੀ ਲੈ ਲਈਏ ਇਤਿਹਾਸ ਦੇ ਵਿੱਚੋਂ। ਜੀ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਕਤ ਗੁਰੂ ਰਾਮਦਾਸ ਜੀ ਜੋਤੀ ਜੋ ਸਮਾਏ ਆ, ਬਰਾਬਰ ਤੇ ਬਾਬਾ ਪਿਰਥੀ ਚੰਦ ਬੈਠ ਗਿਆ ਜੀ ਗੱਦੀ ਲਾ ਕੇ, ਹਨਾ। ਪਰੰਤੂ ਜਦੋਂ ਵੇਖਿਆ ਕਿ ਇਸ ਗੁਰਤਾ ਗੱਦੀ ਦੇ ਉੱਤੇ ਬੈਠਣ ਵਾਲੇ ਨੂੰ ਤੱਤੀ ਤਵੀ ਤੇ ਬੈਠਣਾ ਪੈਂਦਾ, ਉਬਲਦੀਆਂ ਦੇਗਾਂ 'ਚ ਵੀ ਉਬਾਲੇ ਖਾਣੇ ਪੈਂਦੇ ਆ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਕੋਈ ਨਹੀਂ ਉੱਠਿਆ ਬਰਾਬਰ ਤੇ ਗੱਦੀ ਲਾਉਣ ਦੀ। ਠੀਕ। ਇਸੇ ਤਰੀਕੇ ਨਾਲ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀ ਉਦੋਂ 22 ਮੰਜੀਆਂ ਬਣ ਗਈਆਂ, ਆਪਾਂ ਇਤਿਹਾਸ ਪੜ੍ਹਿਆ ਜੀ। ਪਰ ਜਦੋਂ ਵੇਖਿਆ ਵੀ ਇਹ ਗੁਰਤਾ ਗੱਦੀ ਤੇ ਬੈਠਣ ਵਾਲੇ ਨੂੰ ਦੂਸਰਿਆਂ ਦੀ ਖਾਤਰ ਵੀ, ਮਨੁੱਖਤਾ ਦੀ ਖਾਤਰ ਵੀ ਆਪਣਾ ਸੀਸ ਦੇਣਾ ਪੈਂਦਾ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਫਿਰ ਕੋਈ ਨਹੀਂ ਉੱਠਿਆ। ਠੀਕ। ਚਲੋ ਉਹ ਤੇ ਵੱਖਰਾ ਇੱਕ ਵਿਸ਼ਾ ਹੈ। ਪ੍ਰਚਾਰਕ ਸ਼੍ਰੇਣੀ ਵਿੱਚ ਮੈਂ ਵੇਖੀ, ਜਦੋਂ ਉਹ ਵੇਖਦੇ ਨੇ ਨਾ ਵੀ ਸਾਡੇ ਜਿਹੜੇ ਪ੍ਰਚਾਰਕ ਸਿਧਾਂਤ ਦੀ ਗੱਲ ਕਰਦੇ ਨੇ, ਪਹਿਰਾ ਦੇ ਰਹੇ ਨੇ, ਇਹਨਾਂ ਦੇ ਨਾਲ ਆਹ ਕੁਛ ਹੁੰਦਾ ਹੈ, ਉਹ ਫਿਰ ਉਹਨਾਂ ਦੇ ਆਪਣੇ ਮਨ ਜਿਹੜੇ ਨਾ ਉਹ ਥੋੜੇ ਜਿਹੇ ਥੱਲੇ ਠੰਡੇ ਪੈ ਜਾਂਦੇ ਨੇ ਕਿ ਅਸੀਂ ਕੀ ਲੈਣਾ, ਅਸੀਂ ਵੀ ਸਾਡੇ ਨਾਲ ਵੀ ਇਸ ਤਰ੍ਹਾਂ ਹੋਣਾ ਵਾ। ਠੀਕ। ਤੇ ਅਸੀਂ ਤਾਂ ਆਪਣਾ ਗੁਜਰਾਨ ਚਲਾਉਣੀ ਆ, ਤੇ ਇਸ ਕਰਕੇ ਉਹ ਡਰ ਜਾਂਦੇ ਨੇ। ਸੋ ਇਹ ਇੱਕ ਜਿਹੜੇ ਬੜੇ ਸੋਹਣੇ ਤੁਸੀਂ ਕਾਰਨ ਦੱਸੇ ਜਿਹਦੇ ਕਾਰਨਾਂ ਕਰਕੇ ਅੱਜ ਜੋ ਸੱਚ ਹੈ ਉਹ ਬਾਹਰ ਨਹੀਂ ਨਿਕਲ ਸਕ ਰਿਹਾ। ਲੇਕਿਨ ਇੱਕ ਹੋਰ ਜਿਹੜੀ ਵੱਡੀ ਚੀਜ਼ ਸਮੱਸਿਆ ਇਹ ਪੈ ਗਈ ਕਿ ਜੇਕਰ ਕੋਈ ਵਿਅਕਤੀ ਕੋਈ ਕਿੰਤੂ ਪਰੰਤੂ ਜੇ ਹੁੰਦਾ ਹੈ ਤਾਂ ਉਹ ਸ਼ਰਧਾ ਨੂੰ ਇੱਕ ਸੱਟ ਕਿਹਾ ਜਾਂਦਾ ਕਿ ਸ਼ਰਧਾ ਨੂੰ ਸੱਟ ਮਾਰ ਰਹੇ ਹੈਗੇ ਨੇ। ਅਸਲ ਵਿੱਚ ਗੁਰਬਾਣੀ ਅਨੁਸਾਰ ਸ਼ਰਧਾ ਹੈ ਕੀ ਹੈ? ਨਹੀਂ, ਸ਼ਰਧਾ ਅਸੀਂ ਕਹਿੰਦੇ ਸ਼ਰਧਾ ਦੇ ਆਸਰੇ ਧਰਮ ਟਿਕਿਆ ਜੀ। ਬਿਲਕੁਲ ਰੌਂਗ ਹੈ, ਗਲਤ ਹੈ। ਕਿਉਂਕਿ ਗੁਰਬਾਣੀ ਵਿੱਚ ਲਿਖਿਆ ਹੈ, ਜਹਾਂ ਗਿਆਨ ਤਹ ਧਰਮ ਹੈ। ਧਰਮ ਗਿਆਨ ਦੇ ਉੱਤੇ ਹੈ ਜੀ। ਗਿਆਨ ਦਾ ਅਰਥ ਹੈ ਸਮਝ। ਜਿੱਥੇ ਸਮਝ ਹੈ ਉੱਥੇ ਫਿਰ ਜਿਹੜੀ ਸ਼ਰਧਾ ਨੂੰ ਅਸੀਂ ਸ਼ਰਧਾ ਸਮਝੀ ਬੈਠੇ ਉਹ ਨਹੀਂ ਹੋਵੇਗੀ। ਹਾਂਜੀ, ਸ਼ਰਧਾ ਦਾ ਅਰਥ ਅਸਲ 'ਚ ਹੈਗਾ ਵਾ ਸੱਚਾ ਪਿਆਰ। ਜੀ। ਜੋ ਗੁਰੂ ਸਾਹਿਬ ਜੀ ਨੇ ਬਾਣੀ 'ਚ ਕਿਹਾ ਉਹਦੇ ਨਾਲ ਅਸੀਂ ਸੱਚਾ ਪਿਆਰ ਕਰੀਏ, ਉਹ ਸ਼ਰਧਾ ਸਾਡੀ ਬਾਣੀ ਤੇ। ਠੀਕ। ਗੁਰਬਾਣੀ ਕਹਿ ਰਹੀ ਹੈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਉਹਦੇ ਨਾਲ ਅਸੀਂ ਸੱਚਾ ਪਿਆਰ ਕਰੀਏ ਵੀ ਇਹੀ ਸੱਚ ਹੈ। ਉਹ ਹੈ ਗੁਰਬਾਣੀ ਤੇ ਸ਼ਰਧਾ। ਜੀ। ਜਿਹੜੀ ਸ਼ਰਧਾ ਅਸੀਂ ਕਹਿੰਦੇ ਸ਼ਰਧਾ ਆਪਣੀ ਆਪਣੀ ਸ਼ਰਧਾ ਹੁੰਦੀ ਹੈ, ਆਪਣੀ ਆਪਣੀ ਸ਼ਰਧਾ ਕਿਵੇਂ ਹੋ ਸਕਦੀ ਹੈ? ਨਹੀਂ ਹੋ ਸਕਦੀ। ਸਿਧਾਂਤ ਗੁਰੂ ਦਾ, ਧਰਮ ਗੁਰੂ ਦਾ, ਸਰੀਰ ਸਿੱਖ ਦਾ ਹੈ, ਪਰੰਤੂ ਸਰੀਰ ਦੇ ਅੰਦਰਲਾ ਜੀਵਨ ਗੁਰੂ ਦਾ। ਜੀ। ਤਾਂ ਹੀ ਗੁਰ ਪਲੱਸ ਸਿੱਖ ਬਣਿਆ। ਫਿਰ ਸ਼ਰਧਾ ਆਪਣੀ ਕਿੱਥੋਂ ਆ ਗਈ? ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਵਿੱਚ ਲਿਆਉਣਾ ਹੀ ਲਿਆਉਣਾ, ਅਸੀਂ ਆਪਣੇ ਆਪ ਨੂੰ ਵਿੱਚ ਛੱਡਦੇ ਨਹੀਂ। ਉਹ ਸ਼ਰਧਾ ਨਹੀਂ, ਉਹ ਸਾਡੀ ਮਨਮਤ ਹੈ, ਉਹ ਸਾਡੀ ਇੱਕ ਮਨੌਤ ਹੈ, ਸਾਡੀ ਸੋਚ ਹੈ, ਸਾਡਾ ਇੱਕ ਭਰਮ ਹੈ। ਉਹਨੂੰ ਸ਼ਰਧਾ ਦੇ ਨਾਂ ਦੇ ਉੱਤੇ ਅਸੀਂ ਇਹ ਹੈ ਵੀ ਥੋੜ੍ਹਾ ਜਿਹਾ ਲੋਕਾਂ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ, ਨਹੀਂ ਸਾਡੀ ਸ਼ਰਧਾ ਜੀ ਅਸੀਂ ਆਹ ਕੰਮ ਕਰਨਾ, ਸਾਡੀ ਸ਼ਰਧਾ ਜੀ ਅਸੀਂ ਛੋਲਿਆਂ ਦਾ ਪ੍ਰਸ਼ਾਦ ਸ਼ਨੀਵਾਰ ਨੂੰ ਚੜਾਉਣਾ, ਸਾਡੀ ਸ਼ਰਧਾ ਜੀ ਅਸੀਂ ਤੇ ਇਸ ਤਰੀਕੇ ਦੇ ਨਾਲ ਜਿਹੜਾ ਨਾ ਇਹੋ ਜਿਹੇ ਰੰਗ ਦੇ ਜਿਹੜੇ ਜੀ ਕੱਪੜੇ ਜੀ ਉਹ ਪਹਿਨਣੋ, ਸਭ ਨੂੰ ਕਹਿਣਾ ਪਹਿਨੋ। ਸ਼ਰਧਾ ਆਪਣੀ ਆਪਣੀ ਕਰੀ ਜਾਂਦੇ ਆ। ਸ਼ਰਧਾ ਵੀ ਇੱਕ ਹੈ, ਜੇ ਗੁਰੂ ਇੱਕ ਹੈ, ਗੁਰੂ ਦੇ ਉੱਤੇ ਸ਼ਰਧਾ ਵੀ ਇੱਕ ਹੀ ਹੁੰਦੀ ਹੈ। ਇਸ ਕਰਕੇ ਸ਼ਰਧਾ ਨਾਂ ਦੀ ਦੂਜੀ ਜਿਹੜੀ ਚੀਜ਼ ਅਸੀਂ ਸਮਝੀ ਬੈਠੇ ਹਾਂ ਉਹਨੂੰ ਕੋਈ ਨਹੀਂ, ਉਹ ਅੰਧ ਵਿਸ਼ਵਾਸ। ਰਾਈਟ। ਸੋ ਉਹ ਅਟਲ ਜੋ ਵਿਸ਼ਵਾਸ ਹੈ ਉਹ ਇੱਕ ਵੱਖਰੀ ਚੀਜ਼ ਹੈ, ਪਰ ਗੁਰੂ ਨੇ ਜੋ ਕੁਝ ਕਿਹਾ ਉਸ ਨੂੰ ਅਸੀਂ ਆਪਣੇ ਹਿਸਾਬ ਨਾਲ ਮੋਲਡ ਕਰਨਾ ਚਾਹ ਰਹੇ ਹਾਂ, ਨਾ ਕਿ ਉਹ ਜੋ ਗੁਰੂ ਦੀ ਸੋਚ ਹੈ ਉਸ ਨਾਲ ਆਪਣੇ ਆਪ ਨੂੰ ਅਲਾਈਨ ਕਰ ਰਹੇ ਹੈਗੇ। ਅਸੀਂ ਖੁਦ ਨਹੀਂ ਬਦਲਣਾ ਚਾਹੁੰਦੇ, ਅਸੀਂ ਗੁਰੂ ਨੂੰ ਬਦਲਾਉਣਾ ਚਾਹੁੰਦੇ ਹਾਂ। ਜੀ। ਜੇ ਅਸੀਂ ਗੁਰਬਾਣੀ ਦੇ ਅਰਥ ਵੀ ਕਰਦੇ ਹਾਂ ਨਾ, ਮੈਂ ਵੇਖਿਆ ਗੁਰਬਾਣੀ ਪੜ੍ਹਦੇ ਵੀ ਆ ਨਾ, ਗੁਰਬਾਣੀ ਦੇ ਅਰਥ ਕਰਦੇ ਹਾਂ। ਹੁਣ ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਅਰਦਾਸਿਆ ਸਿੰਘ ਅਰਦਾਸ ਕਰਦੇ ਆ, ਗੁਰੂ ਸਾਹਿਬ ਦੇ ਸਾਹਮਣੇ ਖੜਾ ਕਹਿੰਦਾ ਜੀ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੇ ਮਾਂ ਵਾਕ ਅਨੁਸਾਰ ਆ ਦੇ ਦਿਓ। ਗੁਰਬਾਣੀ ਸਾਡੇ ਲਈ ਉਪਦੇਸ਼ ਹੈ ਗੁਰੂ ਦਾ। ਠੀਕ। ਨਾ ਕਿ ਗੁਰੂ ਨੂੰ ਉਪਦੇਸ਼ ਅਸੀਂ ਕਰਨਾ। ਜੀ। ਅਸੀਂ ਖੁਦ ਨਹੀਂ ਬਦਲਣਾ, ਅਸੀਂ ਗੁਰੂ ਨੂੰ ਬਦਲਣ ਦੇ ਉੱਤੇ ਲੱਗੇ ਹੋਏ ਆ। ਜੀ। ਅਸੀਂ ਖੁਦ ਨਹੀਂ ਮੰਨਣਾ, ਅਸੀਂ ਗੁਰੂ ਨੂੰ ਮਨਾਉਣ ਵਾਸਤੇ ਲੱਗੇ ਹੋਏ ਆ। ਇੱਥੇ ਆ ਕੇ ਇਹ ਫਰਕ ਪੈ ਗਿਆ ਸਾਰਾ। ਸੋ ਹੁਣ ਗੱਲ ਆਉਂਦੀ ਜੀ ਕਿ ਜਿਸ ਤਰ੍ਹਾਂ ਹੁਣ ਸਮੇਂ ਦੇ ਨਾਲ ਬਦਲਾਅ ਜੋ ਆ ਰਿਹਾ ਹੈ, ਜੋ ਕੁਝ ਅਸੀਂ ਦੇਖ ਰਹੇ ਹਾਂ, ਪਰ ਜਿਸ ਤਰ੍ਹਾਂ ਅਸੀਂ ਸ਼ੁਰੂਆਤ 'ਚੋਂ ਹੀ ਗੱਲ ਕੀਤੀ ਕਿ ਅਸੀਂ ਗੁਰਬਾਣੀ ਨੂੰ ਪਾਸਟ ਵਿੱਚ ਹੀ ਅੱਜ ਤੱਕ ਲੈ ਰਹੇ ਹਾਂ, ਅੱਜ ਨਵੀਂ ਜਨਰੇਸ਼ਨ ਨਾਲ ਜਿਹੜਾ ਇੱਕ ਸੰਬੰਧ ਨਹੀਂ ਬਣ ਸਕ ਰਿਹਾ, ਕੀ ਤੁਸੀਂ ਸਮਝਦੇ ਹੋ ਕਿ ਇਹ ਇੱਕ ਵੱਡਾ ਕਾਰਨ ਹੈ? ਕਿਉਂਕਿ ਗੁਰਬਾਣੀ ਤਾਂ ਅਟਲ ਹੈ, ਹਮੇਸ਼ਾ ਹੀ ਸੱਚ ਸੀ, ਕੱਲ੍ਹ ਵੀ ਸੀ, ਅੱਜ ਵੀ ਤੇ ਰਹੇਗੀ, ਲੇਕਿਨ ਕਿਉਂਕਿ ਅਸੀਂ ਸਿਰਫ ਸੀਮਤ ਕਰਤਾ ਇਸ ਨੂੰ ਪਿੱਛੇ ਨਾਲ, ਤਾਂ ਕੀ ਇਹ ਵੀ ਇੱਕ ਮੇਜਰ ਕਾਰਨ ਹੈ ਕਿ ਅਸੀਂ ਬੱਚਿਆਂ ਨੂੰ ਜੋੜ ਨਹੀਂ ਸਕ ਰਹੇ? ਬਿਲਕੁਲ ਬਿਲਕੁਲ। ਅੱਜ ਹੁਣ ਪੜ੍ਹਿਆ ਲਿਖਿਆ ਜ਼ਮਾਨਾ ਹੈ, ਅੱਜ ਇਲੈਕਟ੍ਰੋਨਿਕ ਦਾ ਜ਼ਮਾਨਾ ਹੈ। ਜੀ। ਪੁਰਾਣਾ ਸਮਾਂ ਤੇ ਅੱਜ ਦੇ ਸਮੇਂ ਦੇ ਵਿੱਚ ਜੀਵਨ ਜਿਉਣ ਦੇ ਤਰੀਕੇ ਬਦਲ ਗਏ। ਜੀ। ਸੋਚ ਦੇ ਤਰੀਕੇ ਬਦਲ ਗਏ, ਰਹਿਣ ਸਹਿਣ ਦੇ ਤਰੀਕੇ ਬਦਲ ਗਏ ਨੇ।
ਪਰੰਤੂ ਸਾਡੀ ਜਿਹੜੀ ਸਟੱਡੀ ਹੈ ਨਾ, ਪੜ੍ਹਾਈ, ਬਾਕੀ ਜ਼ਮਾਨੇ ਦੀ ਪੜ੍ਹਾਈ ਬਦਲ ਗਈ, ਸਾਡੀ ਉੱਥੇ ਦੀ ਉੱਥੇ ਰਹਿ ਗਈ। ਪਹਿਲੀ ਗੱਲ ਤੇ ਸਾਡੀ ਲੈਣ ਦੇ ਵਿੱਚ ਹੀ ਨਾ ਇਸ ਤਰੀਕੇ ਦੀ ਖੇਡ ਬਣੀ ਹੋਈ ਹੈ, ਜਿਹੜਾ ਚੰਗਾ ਪੜ੍ਹਿਆ ਲਿਖਿਆ ਹੈ ਨਾ ਉਹ ਚੰਗੇ ਉੱਚੇ ਅਹੁਦੇ ਦੇ ਉੱਤੇ ਹੈ। ਠੀਕ। ਜਿਹੜਾ ਥੋੜ੍ਹਾ ਉਹ ਤੋਂ ਘੱਟ ਪੜ੍ਹਿਆ ਉਹ ਤੋਂ ਛੋਟੇ ਅਹੁਦੇ ਤੇ ਆ ਗਿਆ, ਜਿਹੜਾ ਉਸ ਤੋਂ ਥੋੜ੍ਹਾ ਜਿਹਾ ਘੱਟ ਉਹ ਤੋਂ ਥੱਲੇ ਆ ਗਿਆ, ਜਿਹੜਾ ਪੜ੍ਹਿਆ ਵਾ ਬੇਸ਼ੱਕ ਨਹੀਂ ਵੀ ਪੜ੍ਹਿਆ ਪਰੰਤੂ ਹੈ ਨਿਧੜਕ, ਜਿਹੜਾ ਲੜ ਝਗੜਨ ਨੂੰ ਸਭ ਤੋਂ ਅੱਗੇ ਹੈ, ਉਹ ਰਾਜਨੀਤਿਕ ਖੇਤਰ ਚਲੇ ਗਿਆ ਜੀ, ਜਿਹਦੇ ਕੋਲ ਹੁਣ ਕੋਈ ਕੰਮ ਨਹੀਂ ਬਚਿਆ। ਜਿਹੜੀ ਸੋਚ ਮੈਂ ਤੁਹਾਨੂੰ ਕਹਿਣ ਲੱਗਾ, ਹਕੀਕਤ ਸਾਡੀ ਸੋਚ ਚੱਲੀ ਹੋਈ ਹੈ। ਤੇ ਪੜ੍ਹਾਈ ਲਿਖਾਈ ਵੀ ਇੰਨੀ ਨਹੀਂ, ਉਹਨੂੰ ਤੁਸੀਂ ਜੀ 2 ਮਹੀਨੇ ਗੁਰਦੁਆਰੇ ਭਾਈ ਕੋਲੋਂ ਪਾਠ ਸਿੱਖਿਆ ਤੇ ਭਾਈ ਬਣ ਜਾ, ਠੀਕ, ਵੀ ਹੋਰ ਕੋਈ ਕੰਮ ਨਹੀਂ, ਹੁਣ ਤੂੰ ਭਾਈ ਬਣ ਜਾ। ਜਦੋਂ ਕਿ ਭਾਈ ਗੁਰਦਾਸ ਜੀ ਦੀ ਇੱਕ ਬੜੀ ਪਿਆਰੀ ਪੰਕਤੀ ਹੈ, ਉਹ ਕਹਿੰਦੇ ਗੁਰਮੁਖ ਪੰਡਤ ਹੋਏ ਜਗ ਪ੍ਰਬੋਧੀਏ। ਪੰਡਤ ਦਾ ਅਰਥ ਹੈ ਵਿਦਵਾਨ। ਅਸਲ ਦੇ ਵਿੱਚ ਸਿੱਖ ਇੰਨਾ ਵਿਦਵਾਨ ਹੋਣਾ ਚਾਹੀਦਾ, ਦੁਨੀਆ ਨੂੰ ਸਮਝਾਉਣ ਦੀ ਸਮਰੱਥਾ ਰੱਖਦਾ ਹੋਵੇ। ਠੀਕ। ਜਿਹੜਾ ਦੁਨੀਆ ਨੂੰ ਸਮਝਾਉਣ ਦੀ ਸਮਰੱਥਾ ਰੱਖਦਾ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਸਮਝਾ ਦੇਗਾ ਜੀ। ਸਾਡਾ ਪੜ੍ਹਾਈ ਦਾ ਲੇਬਲ ਹੈ ਨਹੀਂ, ਜਿਹੜੇ ਪ੍ਰਚਾਰਕ ਸ਼੍ਰੇਣੀ ਕਹਿ ਲਈਏ, ਸਮਝਾਉਣ ਵਾਲੀ ਸ਼੍ਰੇਣੀ ਕਹਿ ਲਈਏ, ਅਸੀਂ ਤੇ ਆਪ ਕੀ ਪੜ੍ਹਨਾ, ਅਸੀਂ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਅਨਪੜ੍ਹ ਬਣਾ ਛੱਡਿਆ। ਉਹ ਕਹਿਤਾ ਸਾਖੀਆਂ ਬਣਾ, ਨਹੀਂ ਜੀ ਗੁਰੂ ਨਾਨਕ ਸਾਹਿਬ ਜੀ ਪਾਧੇ ਕੋਲ ਪੜ੍ਹਨ ਗਏ, ਪਾਧੇ ਨੇ ਕਿਹਾ ਜੀ ਇੱਥੇ ਲਿਖੋ ਓਮ, ਗੁਰੂ ਜੀ ਕਹਿਣ ਲੱਗੇ ਪਹਿਲਾਂ ਤੂੰ ਇਹਦਾ ਅਰਥ ਦੱਸ, ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ, ਗੁਰੂ ਸਾਹਿਬ ਜੀ ਪੜ੍ਹਨ ਗਏ, ਪੜ੍ਹਾ ਕੇ ਆ ਗਏ, ਕਿਉਂਕਿ ਗੁਰੂ ਸਾਹਿਬ ਜੀ ਨੂੰ ਕੌਣ ਪੜ੍ਹਾਉਣ ਵਾਲਾ ਸੀ। ਸਾਬਤ ਕਰ ਦਿੱਤਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਵਿਦਿਆ ਇਹ ਨਹੀਂ ਲਈ, ਜਦੋਂ ਕਿ ਗੁਰੂ ਸਾਹਿਬਾਨ ਨੇ ਹਰ ਪੱਖ ਦੀ, ਹਰ ਧਰਮ ਦੀ, ਹਰ ਮਜ਼ਹਬ ਦੀ ਵਿਦਿਆ ਲਈ। ਵੇਖੋ ਕਿੱਡੇ ਕਮਾਲ ਦੀਆਂ ਗੱਲਾਂ ਨੇ। ਗੁਰੂ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਜਿਹੜਾ ਮਿਥਿਹਾਸ ਹੈ ਜੀ, ਉਹਦੀਆਂ ਐਗਜ਼ਾਮਪਲਾਂ ਦੇ ਕੇ ਵੀ ਉਹਨਾਂ ਨੂੰ ਕਲੀਅਰ ਕਰ ਰਿਹਾ। ਠੀਕ। ਉਹ ਪੜ੍ਹਿਆ ਹੈ, ਉਹ ਪੜ੍ਹਿਆ ਸਾਰੀਆਂ ਚੀਜ਼ਾਂ ਘੋਖੀਆਂ ਨੇ, ਦੇਖਿਓ ਕਿੱਥੋਂ ਰੌਂਗ ਨੇ, ਉਹਨੂੰ ਕਲੀਅਰ ਗੁਰਬਾਣੀ ਵਿੱਚ ਕੀਤਾ ਹੈ ਵੀ ਆਹ ਗੱਲ ਇਸ ਤਰੀਕੇ ਨਾਲ ਹੀ, ਇਸ ਤਰੀਕੇ ਨਾਲ ਹੈ। ਰਾਈਟ। ਫਿਰ ਵੀ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਬਿਲਕੁਲ, ਕਿਉਂਕਿ ਨਹੀਂ ਜੀ ਧਰਮ ਦੇ ਵਿੱਚ ਪੜ੍ਹਾਈ ਦੀ ਕੀ ਮਤਲਬ ਹੁੰਦਾ, ਪੜ੍ਹਾਈ ਦੀ ਕੀ ਲੋੜ ਹੁੰਦੀ ਹੈ। ਅਸੀਂ ਇਸ ਕਰਕੇ ਨਾ ਉਹ ਥੱਲੇ ਦੇ ਥੱਲੇ ਹੀ ਲੇਬਲ ਸਾਡਾ ਰਿਹਾ ਹੈ। ਅੱਜ ਦੇ ਬੱਚੇ ਪੜ੍ਹਿਆ ਲਿਖਿਆ ਯੁੱਗ ਹੈ, ਉਹ ਜਦੋਂ ਸਵਾਲ ਕਰਦੇ ਆ ਸਾਡੇ ਕੋਲ, ਉਹਨਾਂ ਨੂੰ ਸਮਝਾਉਣ, ਪਹਿਲੀ ਗੱਲ ਸਾਡੇ ਕੋਲ ਭਾਸ਼ਾ ਹੀ ਨਹੀਂ ਜਿਹੜੀ ਬੱਚਿਆਂ ਨੂੰ ਸਮਝਾ ਸਕੀਏ ਅਸੀਂ ਜੀ। ਤੇ ਇਹ ਬਹੁਤ ਵੱਡਾ ਇੱਕ ਕਾਰਨ, ਸਾਡੇ ਕੋਲ ਇੰਨੀ ਪੜ੍ਹਾਈ ਹੋਣੀ ਚਾਹੀਦੀ ਹੈ, ਇੰਨੀ ਵਿਦਵਤਾ ਹੋਣੀ ਚਾਹੀਦੀ। ਹੁਣ ਆਪਾਂ ਅੰਮ੍ਰਿਤ ਛਕਿਆ, ਖੰਡੇ ਬਾਟੇ ਦੀ ਪਾਹੁਲ ਜਿਹੜੇ ਛਕਦੇ 5 ਕਕਾਰ ਪਹਿਨਦੇ ਆ ਜੀ, ਉਹਨਾਂ ਨੂੰ ਪੁੱਛੀਏ 5 ਕਕਾਰ ਕੀ ਨੇ, ਉਹ ਕਹਿਣਗੇ ਸਾਡੀ ਪੁਸ਼ਾਕ ਹੈ ਜੀ, ਜਾਂ ਸਾਡੇ ਚਿੰਨ੍ਹ ਨੇ ਜੀ। ਚਿੰਨ੍ਹ ਜਿਹੜੇ ਉਹ ਹਕੀਕਤ ਨਹੀਂ ਹੈ, ਚਿੰਨ੍ਹ ਤੇ ਹੁੰਦਾ ਵੀ ਇਹ ਕਿਸੇ ਸੰਕੇਤ ਹੈ ਜੀ, ਨਹੀਂ, ਇਹ ਸਾਡਾ ਸਰਟੀਫਿਕੇਟ ਹੈ। ਬਿਲਕੁਲ, ਇਸ ਵਾਸਤੇ ਕੁਆਲੀਫਾਈਡ ਹੋਣ ਦਾ। ਐਬਸੋਲੂਟਲੀ। ਪਰ ਉਹੀ ਗੱਲ ਹੈ ਜੀ, ਇਸ ਵਾਸਤੇ ਆਪ ਮਿਹਨਤ ਕਰਨੀ ਪਏਗੀ, ਸਮਝਣਾ ਪਏਗਾ ਗੁਰਬਾਣੀ ਨੂੰ। ਸਿਰਫ ਕਈਆਂ ਗੱਲਾਂ ਦੇ ਉੱਤੇ ਹੀ ਵਿਸ਼ਵਾਸ ਜਿਹੜਾ ਹੈ ਉਹ ਨਾ ਬਣਾ ਲਿਆ ਜੇ। ਵਿਸ਼ਵਾਸ ਜੇ ਬਣਾਉਣਾ ਹੈ ਤੇ ਗੁਰੂ ਦੀ ਜੋ ਬਾਣੀ ਹੈ ਉਸ ਵਿੱਚ ਸਾਡਾ ਵਿਸ਼ਵਾਸ ਬਣੇ। ਬਿਲਕੁਲ ਬਿਲਕੁਲ। ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਥੇ ਆ ਕੇ ਇਸ ਮਹੱਤਵਪੂਰਨ ਵਿਸ਼ੇ ਦੀ ਸਾਂਝ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਇਸ ਪ੍ਰੋਗਰਾਮ ਦੇ ਵਿੱਚ ਜੋ ਭਾਈ ਸਾਹਿਬ ਨੇ ਗੱਲਬਾਤ ਕੀਤੀ ਹੈ, ਇਸ ਪ੍ਰਤੀ ਜ਼ਰੂਰ ਸੁਹਿਰਦ ਹੋਈਏ, ਕਿਉਂਕਿ ਅੱਜ ਅਸੀਂ ਜੋ ਸ਼ਰਧਾ ਨੂੰ ਸਮਝ ਰਹੇ ਹਾਂ ਤੇ ਜਿਸ ਚੀਜ਼ਾਂ ਵੱਲ ਅਸੀਂ ਤੁਰ ਪਏ ਹਾਂ ਉਸ ਦਾ ਰਿਜ਼ਲਟ ਸਾਡੇ ਸਾਹਮਣੇ ਹੀ ਹੈ। ਕੋਈ ਵੀ ਅਸੀਂ ਕੰਮ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਜ਼ਰੂਰ ਇਹ ਐਨਾਲਿਸਿਸ ਕਰਦੇ ਹਾਂ ਕਿ ਕਿੱਥੇ ਖਲੋਤੇ ਹਾਂ। ਮਿਸਾਲ ਦੇ ਤੌਰ ਤੇ ਕੋਈ ਕੰਮ ਵੀ ਕਰਦੇ ਹਾਂ ਤੇ ਸਾਲ ਤੋਂ ਬਾਅਦ ਅਸੀਂ ਵੇਖਦੇ ਹਾਂ, ਲੇਖਾ ਜੋਖਾ ਕਰਦੇ ਹਾਂ ਕਿ ਕਿੱਥੇ ਪਹੁੰਚੇ ਹਾਂ। ਜੇ ਸਦੀਆਂ ਤੋਂ ਅਸੀਂ ਜੋ ਕੁਝ ਕਰਦੇ ਆ ਰਹੇ ਹਾਂ ਤੇ ਉਸ ਦਾ ਜੋ ਐਂਡ ਰਿਜ਼ਲਟ ਕੁਝ ਨਹੀਂ ਠੀਕ ਆ ਰਿਹਾ, ਤਾਂ ਫਿਰ ਕੀ ਸਮਾਂ ਇਹ ਨਹੀਂ ਮੰਗ ਕਰਦਾ ਕਿ ਅਸੀਂ ਵੇਖੀਏ ਕਿ ਜੋ ਕੁਝ ਕੀਤਾ ਕੀ ਉਹ ਗਲਤ ਸੀ, ਜਾਂ ਜੋ ਅਸੀਂ ਅੱਗੇ ਕਰਨਾ ਚਾਹ ਰਹੇ ਹਾਂ ਤੇ ਜੋ ਕੁਝ ਪਿੱਛੇ ਦੀ ਆਧਾਰ ਨੂੰ ਬਣਾ ਕੇ ਅਸੀਂ ਸਿਰਫ ਅੱਗੇ ਚੱਲ ਰਹੇ ਹਾਂ, ਉਸ ਨਾਲ ਕੁਝ ਚੇਂਜ ਆਏਗਾ। ਇਸ ਵਾਸਤੇ ਜ਼ਰੂਰ ਸੋਚ ਵਿੱਚ ਬਦਲਾਅ ਲਿਆਈਏ ਅਤੇ ਜੋ ਭਾਈ ਸਾਹਿਬ ਨੇ ਗੱਲਬਾਤ ਕੀਤੀ ਹੈ ਕਿ ਗੁਰਬਾਣੀ ਨੂੰ ਸਿਰਫ ਕੱਲ੍ਹ ਨਾਲ ਹੀ ਨਾ ਜੋੜੀਏ, ਬਲਕਿ ਅੱਜ ਨਾਲ ਤੇ ਫਿਊਚਰ ਵਿੱਚ ਜੋ ਗੁਰਬਾਣੀ ਸਾਨੂੰ ਕਹਿੰਦੀ ਹੈ ਉਸ ਨੂੰ ਆਧਾਰ ਬਣਾ ਕੇ ਅਸੀਂ ਆਪਣਾ ਜੀਵਨ ਜੋ ਹੈ ਉਸ ਨੂੰ ਠੀਕ ਕਰੀਏ। ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਜੀ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ harpreetsingh@gmail.com ਤੇ ਸੰਪਰਕ ਕਰ ਸਕਦੇ ਹੋ। ਇਹਨਾਂ ਪ੍ਰੋਗਰਾਮਸ ਨੂੰ ਤੁਸੀਂ youtube.com/harpreetsingh ਜਾਂ ਫਿਰ ਫੇਸਬੁੱਕ ਉੱਤੇ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ। ਕੋਈ ਵੀ ਸਵਾਲ ਹੋਏ, ਕੋਈ ਵੀ ਤੁਸੀਂ ਸਾਡੇ ਨਾਲ ਫੀਡਬੈਕ ਦੇਣੀ ਹੋਏ ਤਾਂ ਜ਼ਰੂਰ ਸੰਪਰਕ ਕਰਨਾ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।